Hello students. So your subject is web development using PHP. PHP language new use करके web development, that is your subject. PHP करन तो पहला we have to discuss XML. XML is the first part of your syllabus, so we will be starting with the XML. So XML तो ਅਸੀਂ start करांगे. So इस presentation ਦੇ ਵਿੱਚ we'll be discussing about XML कि XML ਹੁੰਦਾ ਕੀ ਹੈ, history of XML, XML start ਕਿੱਥੋਂ ਹੋਇਆ, what is the history of XML. Then we will discuss XML design goals कि ਜਦੋਂ XML ਨੂੰ ਡਿਜ਼ਾਈਨ ਕੀਤਾ ਗਿਆ ਕਿਹੜੇ ਏਮਸ ਐਂਡ ਆਬਜੈਕਟਿਵਸ ਦੇ ਨਾਲ XML ਨੂੰ ਡਿਜ਼ਾਈਨ ਕੀਤਾ ਗਿਆ ਸੀ. Then origin of XML, XML originate ਕਿੱਥੋਂ ਹੋਇਆ, and in the last slide we will discuss characteristics of XML कि XML ਦੀਆਂ features ਕੀ ਹੈ, ਉਹਦੀਆਂ characteristics ਕੀ ਹੈ. So first is what is XML. XML ਹੈ ਕੀ? XML stands for extensible markup language. XML ਦੀ full form ਹੈ extensible markup language. X stands for X in extensible. So extensible means you can create your own tags unlike HTML. So XML ਦੀ full form ਕਹਿੰਦੀ ਹੈ ਕਿ ਇਹ extensible markup language ਹੈ. ਪਹਿਲਾਂ ਦੇਖੋ ਕਿ markup language ਕੀ ਹੁੰਦੀ ਹੈ. Markup language is used to provide information about a document. ਕੋਈ ਵੀ document ਹੈ ਉਹਦੇ ਬਾਰੇ information provide ਕਰਨ ਦੇ ਲਈ ਮਾਰਕਅਪ ਲੈਂਗੁਏਜ ਨੂੰ ਯੂਜ਼ ਕੀਤਾ ਜਾਂਦਾ ਹੈ. ਮਾਰਕਅਪ ਲੈਂਗੁਏਜ ਟੈਗਸ ਨੂੰ ਯੂਜ਼ ਕਰਕੇ ਦੱਸਦੀ ਹੈ ਕਿ ਇਹ ਡਾਕੂਮੈਂਟ ਦੀ ਇਨਫੋਰਮੇਸ਼ਨ ਕੀ ਹੈ, ਡਾਕੂਮੈਂਟ ਦੇ ਰਿਲੇਟਡ ਇਨਫੋਰਮੇਸ਼ਨ ਜਿਹੜੀ ਵੀ ਦੱਸਣੀ ਹੈ ਮਾਰਕਅਪ ਲੈਂਗੁਏਜ ਨੇ ਉਹ ਟੈਗਸ ਨੂੰ ਯੂਜ਼ ਕਰਕੇ ਦੱਸਦੀ ਹੈ. ਜਿਵੇਂ HTML ਦੇ ਵਿੱਚ ਅਸੀਂ ਟੈਗਸ ਯੂਜ਼ ਕਰਦੇ ਹਾਂ, ਪੈਰਾਗ੍ਰਾਫ ਦੇ ਟੈਗ P ਟੈਗ ਯੂਜ਼ ਕਰਦੇ ਹਾਂ ਪੈਰਾਗ੍ਰਾਫ ਲਈ. ਬੋਡੀ ਜਦੋਂ ਲਿਖਣੀ ਸਟਾਰਟ ਕਰਦੇ ਹਾਂ ਬੋਡੀ ਟੈਗ ਯੂਜ਼ ਕਰਦੇ ਹਾਂ. HTML ਦੇ ਵਿੱਚ ਕੀ ਹੁੰਦਾ ਕਿ ਪ੍ਰੀ ਡਿਫਾਈਨਡ ਟੈਗਸ ਹੁੰਦੇ, ਬਟ XML ਦੇ ਵਿੱਚ ਕੀ ਹੈ, we can create tags of our own. ਅਸੀਂ ਆਪਣੇ according to the application, according to the software, according to the database requirement ਅਸੀਂ ਆਪਣੇ accordingly tags ਨੂੰ create ਕਰ ਸਕਦੇ ਹਾਂ. ਇਸ ਕਰਕੇ ਇਹਨੂੰ ਕਹਿੰਦੇ ਆ extensible markup language. So it is a markup language. ਮਾਰਕਅਪ ਲੈਂਗੁਏਜ ਕੀ ਕਰਦੀ ਹੈ, ਇੱਕ ਡਾਕੂਮੈਂਟ ਦੇ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ. ਕਿੱਦਾਂ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ, ਕੁਝ ਤਰੀਕੇ ਦੇ ਟੈਗਸ ਨੂੰ ਯੂਜ਼ ਕਰਕੇ. ਜਿਹੜੇ ਪ੍ਰੀ ਡਿਫਾਈਨਡ ਟੈਗਸ ਹੈ ਆਲਰੇਡੀ ਡਿਫਾਈਨਡ ਹੈ, HTML ਉਹ ਟੈਗਸ ਨੂੰ ਯੂਜ਼ ਕਰਦਾ ਹੈ. ਐਂਡ XML ਐਕਸਟੈਂਸਿਬਲ ਮਾਰਕਅਪ ਲੈਂਗੁਏਜ ਹੈ. ਦੈਟ ਮੀਨਸ ਕਿ ਅਸੀਂ ਡਿਫਾਈਨ ਕਰ ਸਕਦੇ ਹਾਂ ਟੈਗਸ ਅਕੋਰਡਿੰਗ ਟੂ our requirement, according to the software, according to the database requirement, according to our application. जो भी सानू सूट करती है, जो भी सारी रिक्वायरमेंट है ਉਹਦੇ accordingly we can create the tags. XML is used to store and transport the data. It is very important ਕਿ data ਨੂੰ transport ਕਰਨ ਲਈ ਤੇ data ਨੂੰ store ਕਰਨ ਲਈ XML ਨੂੰ use ਕੀਤਾ ਜਾਂਦਾ ਹੈ. It is used to carry the data from one application to the other. It is not used to display the data. It is very important कि XML ਦਾ main purpose ਕੀ ਹੈ, data ਨੂੰ store ਕਰਨਾ, ਡੇਟਾ ਨੂੰ ਟਰਾਂਸਪੋਰਟ ਕਰਵਾਉਣਾ. ਇੱਕ ਐਪਲੀਕੇਸ਼ਨ ਤੋਂ ਦੂਸਰੀ ਐਪਲੀਕੇਸ਼ਨ ਦੇ ਵਿੱਚ ਡੇਟਾ ਨੂੰ ਟਰਾਂਸਪੋਰਟ ਕਰਵਾਉਣਾ, ਡੇਟਾ ਨੂੰ ਕੈਰੀ ਕਰਨਾ, ਉਹ ਮੇਨ ਪਰਪਸ ਹੈ XML ਦਾ. XML ਇਜ਼ ਪਲੇਟਫਾਰਮ ਐਂਡ ਲੈਂਗੁਏਜ ਇੰਡੀਪੈਂਡੈਂਟ. ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ XML ਪਲੇਟਫਾਰਮ ਇੰਡੀਪੈਂਡੈਂਟ ਹੈ ਐਂਡ ਲੈਂਗੁਏਜ ਇੰਡੀਪੈਂਡੈਂਟ ਹੈ. XML ਹੈਲਪਸ ਇਨ ਈਜ਼ੀ ਕਮਿਊਨੀਕੇਸ਼ਨ ਬਿਟਵੀਨ ਟੂ ਪਲੇਟਫਾਰਮਸ. ਦੋ ਪਲੇਟਫਾਰਮਸ ਦੇ ਵਿੱਚ ਕਮਿਊਨੀਕੇਸ਼ਨ ਬਹੁਤ ਈਜ਼ੀ ਕਰ ਦਿੰਦਾ XML. ਇਹਦੇ ਲਈ ਅਸੀਂ ਇੱਕ ਐਗਜ਼ਾਮਪਲ ਦੇਖਦੇ ਹਾਂ. ਸਪੋਜ਼ ਕਿ ਤੁਹਾਡੇ ਕੋਲ ਦੋ ਡੇਟਾਬੇਸ ਸਰਵਰਸ ਤੁਸੀਂ ਯੂਜ਼ ਕਰ ਰਹੇ ਹੋ, SQL ਸਰਵਰ, ਇੱਕ Oracle ਸਰਵਰ. SQL ਸਰਵਰ ਦੇ ਵਿੱਚ SQL ਸਰਵਰ ਯੂਜ਼ ਕਰਕੇ ਇੱਕ XML ਡਾਕੂਮੈਂਟ ਕ੍ਰੀਏਟ ਕੀਤਾ ਗਿਆ. Oracle ਸਰਵਰ ਡੇਟਾਬੇਸ ਯੂਜ਼ ਕਰਕੇ ਇੱਕ XML ਡਾਕੂਮੈਂਟ ਕ੍ਰੀਏਟ ਕੀਤਾ ਗਿਆ. ਰਾਈਟ. ਸਪੋਜ਼ ਸਾਡੇ ਕੋਲ ਇੱਕ ਐਪਲੀਕੇਸ਼ਨ ਹੈ, ਉਹ ਐਪਲੀਕੇਸ਼ਨ ਕੀ ਕਰ ਰਿਹਾ ਹੈ, ਦੋਨੋਂ XML ਡਾਕੂਮੈਂਟਸ ਉਹਨੂੰ ਕਿਸੇ ਪੁਆਇੰਟ ਤੇ ਯੂਜ਼ ਕਰਨੇ ਪੈ ਰਹੇ ਆ. ਇੱਕ ਇੱਦਾਂ ਦੀ ਐਪਲੀਕੇਸ਼ਨ ਹੈ
जिन्हों SQL वाला XML डॉक्यूमेंट भी यूज़ करना पै रहा एंड Oracle वाला XML डॉक्यूमेंट भी यूज़ करना पै रहा। सो देयर इज़ अ कम्युनिकेशन एप्लीकेशन दे विच एंड बोथ XML डॉक्यूमेंट्स दे विच एक कम्युनिकेशन है। सो दिस मीनस XML इज प्लेटफॉर्म एंड लैंग्वेज इंडिपेंडेंट। ਹੁਣ देखो कि SQL प्लेटफॉर्म ਤੇ ਜਿਹੜਾ XML ਡਾਕੂਮੈਂਟ ਬਣਿਆ ਉਹ ਵੀ ਐਪਲੀਕੇਸ਼ਨ ਦੇ ਨਾਲ ਇੰਟਰੈਕਟ ਕਰ ਰਿਹਾ ਵਿਦਆਊਟ ਐਨੀ ਪ੍ਰੋਬਲਮ ਵਿਦਆਊਟ ਐਨੀ ਇਸ਼ੂ। Oracle ਸਰਵਰ ਦੇ ਉੱਪਰ ਜਿਹੜਾ XML ਡਾਕੂਮੈਂਟ ਬਣਿਆ ਉਹ ਵੀ ਐਪਲੀਕੇਸ਼ਨ ਦੇ ਨਾਲ ਕਮਿਊਨੀਕੇਟ ਕਰ ਰਿਹਾ, ਡੇਟਾ ਟਰਾਂਸਪੋਰਟ ਕਰ ਰਿਹਾ, ਡੇਟਾ ਕੈਰੀ ਕਰ ਰਿਹਾ ਵਿਦਆਊਟ ਐਨੀ ਪ੍ਰੋਬਲਮ ਵਿਦਆਊਟ ਐਨੀ ਇਸ਼ੂ। ਸੋ ਇਸ ਚੀਜ਼ ਨੂੰ ਕਹਿੰਦੇ ਆ ਕਿ ਇਹ ਪਲੇਟਫਾਰਮ ਇੰਡੀਪੈਂਡੈਂਟ ਹੈ ਤੇ ਲੈਂਗੁਏਜ ਇੰਡੀਪੈਂਡੈਂਟ ਹੈ। XML ਡਾਕੂਮੈਂਟ ਨੂੰ ਕਿਸੇ ਵੀ ਲੈਂਗੁਏਜ 'ਚ ਲਿਖ ਲਓ, R च लिख लो, पाइथन च लिख लो, जावा च लिख लो, PHP यूज़ करके लिख लो, या फिर किसी भी प्लेटफॉर्म ते XML डॉक्यूमेंट क्रिएट कर लो, ਉਹਦੀ कम्युनिकेशन ਦੀ प्रॉब्लम नहीं आती किसी भी एप्लीकेशन ਦੇ ਵਿੱਚ। ਹੁਣ ਇਹ ਇੱਕ ਐਪਲੀਕੇਸ਼ਨ ਹੈ ਜਿਹੜੀ ਦੋ XML ਡਾਕੂਮੈਂਟਸ यूज़ कर रही है, एक XML डॉक्यूमेंट थ्रू SQL यूज़ कर रही है, एक XML डॉक्यूमेंट थ्रू Oracle यूज़ कर रही है, बट कम्युनिकेशन की कोई प्रॉब्लम नहीं आ रही। क्यों? क्योंकि XML एक प्लेटफॉर्म ते लैंग्वेज इंडिपेंडेंट standard. One important thing is XML is self descriptive. That means कि अपने according to the situation, according to your requirement अपने tags create किए जा सकते हैं। So XML self descriptive है, platform and language independent है, this is very important. So next topic is history of XML. So basically XML की है, it is a standard of सबसेट ऑफ स्टैंडर्ड जनरलाइज्ड मार्कअप लैंग्वेज। HTML का एक सब स्टैंडर्ड कह सकते हैं, सबसेट है। सो XML बेसिकली एक स्टैंडर्ड है जोड़ा सबसेट है। HTML का एक स्मॉल पार्ट है। XML 1996 ये डिवेलप किया गया सीगा बाय HTML एडिटोरियल रिव्यू बोर्ड अंडर द वर्ल्ड वाइड वैब कंसोर्टियम। सो W3C एक ऑर्गेनाइजेशन है, राइट। ਉਹਦੇ अंडर 1996 ਦੇ ਵਿੱਚ XML ਨੂੰ डिज़ाइन किया गया। किस पर्पस लिए डिज़ाइन किया गया? टू स्टोर द डेटा एंड टू ट्रांसपोर्ट द डेटा। XML is best described as a means of structuring the data. XML provides rules for placing text and other media into structures and allows you to manage and manipulate the results. XML provides a mechanism for the interchange of structured information on the web. So ये तीनों points mean the same. कंक्लूजन इज सेम कि XML ਜਿਹੜਾ ਹੈ ਡੇਟਾ ਨੂੰ ਟਰਾਂਸਪੋਰਟ ਕਰਨ ਲਈ, ਡੇਟਾ ਨੂੰ ਕੈਰੀ ਕਰਨ ਲਈ, ਡੇਟਾ ਨੂੰ ਸਟੋਰ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਸੋ ਇੱਕ ਸਟਰਕਚਰਿੰਗ ਦੇ ਡੇਟਾ ਨੂੰ ਸਟਰਕਚਰ ਕਰਨ ਲਈ, ਦੈਟ ਮੀਨਸ ਕਿ ਇੱਕੋ ਫਾਰਮੈਟ ਦਾ ਡੇਟਾ, ਦੈਟ ਇਜ਼ ਨੋਨ ਐਜ਼ ਦ ਸਟਰਕਚਰਿੰਗ ਆਫ ਡੇਟਾ ਨੂੰ डिवीजन करना अकॉर्डिंग टू द फॉर्मेट, डिपेंडिंग अपॉन द सिमिलर फॉर्मेट डेटा की डिवीजन करनी, उन्होंने असीं कहने स्ट्रक्चरिंग ऑफ डेटा। सो डेटा की स्ट्रक्चरिंग के लिए XML ਨੂੰ यूज़ किया जाता है एंड इट इज़ द मैकेनिज्म फॉर इंटरचेंज ऑफ स्ट्रक्चर्ड इन्फॉर्मेशन ऑन द वैब। वैब मीनस इंटरनेट, वर्ल्ड वाइड वैब और द इंटरनेट इज़ द सेम थिंग। इंटरनेट के उपर जिन्नी भी स्ट्रक्चर्ड इन्फॉर्मेशन है सेम फॉर्मेट के विच जिन्ना भी डेटा है, जिन्नी भी इन्फॉर्मेशन है, उन्होंने इंटरचेंज करने के लिए, उन्होंने ट्रांसपोर्ट करने के लिए, क्या एप्लीकेशन तो दूसरी एप्लीकेशन तक ले जाने के लिए XML ਨੂੰ यूज़ किया जाता है। ਜਦੋਂ XML ਨੂੰ डिज़ाइन किया गया कुछ चीज़ों ਨੂੰ परपसफुली किया गया, ठीक है। सो बेसिकली परपस की सी XML ਨੂੰ डिज़ाइन करन दा, इट शुड बी यूजेबल ओवर द इंटरनेट, कि असी इदां दा कुछ स्टैंडर्ड डिज़ाइन करिए जिन्हों इंटरनेट के उपर असी यूज़ कर सकीए। सैकेंड जिहड़ा मेन डिज़ाइन गोल सीगा, शुड सपोर्ट अ वाइड वैरायटी ऑफ एप्लीकेशनस, कि असी कुछ इदां दा डिज़ाइन करिए कि जिहड़ा नंबर ऑफ एप्लीकेशनस नू सपोर्ट करे, प्लेटफॉर्म इंडिपेंडेंट होवे, लैंग्वेज इंडिपेंडेंट होवे, तो नंबर ऑफ एप्लीकेशनस नू सपोर्ट करे एंड शुड बी कंपैटिबल विद HTML एंड XML, शुड बी ईजी टू क्रिएट। एंड एक होर मेन इंपॉर्टेंट चीज़ है कि HTML दे नालों कंपैटिबल होवे, इदां दा असीं स्टैंडर्ड क्रिएट करिए। तो W3C ने किहड़ा स्टैंडर्ड क्रिएट किया? फिर XML का। सो ये चीज़ों को ध्यान रखते हुए, ये तीनों गोल्स को ध्यान रखते हुए जो स्टैंडर्ड क्रिएट होया, दैट वाज XML। सो XML की है प्लेटफॉर्म इंडिपेंडेंट है, लैंग्वेज इंडिपेंडेंट है, तो इस करके वाइड वैरायटी ऑफ एप्लीकेशनस दे नालों काम कर सकता है, वाइड वैरायटी ऑफ प्रोटोकॉल्स दे नालों काम कर सकता है
ਐਂਡ ਵੈਬ ਦੇ ਉੱਪਰ ਇੰਟਰਨੈਟ ਦੇ ਉੱਪਰ ਡੇਟਾ ਨੂੰ ਟਰਾਂਸਪੋਰਟ ਕਰਨ ਦੇ ਲਈ ਇਟ ਇਜ਼ ਅ ਵੈਰੀ ਗੁੱਡ ਸਟੈਂਡਰਡ। ਸੋ XML ओरिजिनेट कितों होया, वी हैव ऑलरेडी डिस्कस्ड कि ये बेसिकली सबसैट ही है HTML ਦਾ स्टैंडर्ड जर्नलाइज्ड मार्कअप लैंग्वेज है, ਉਹਦਾ ही एक हिस्सा है 1996 ਦੇ ਵਿੱਚ W3C ਵੱਲੋਂ ਇਹ ਡਿਵੈਲਪ ਕੀਤਾ ਗਿਆ। ਇਹਦੀ ਮੇਨ ਸਟਰੈਂਥ ਹੈ ਡੇਟਾ ਇੰਡੀਪੈਂਡੈਂਸ, ਕਿ ਇਹ ਡੇਟਾ ਤੇ ਡਿਪੈਂਡ ਨਹੀਂ ਕਰਦਾ। ਇਟ ਇਜ਼ ਅ ਡੇਟਾ ਡਿਸਕ੍ਰਿਪਸ਼ਨ, ਇਹ ਡੇਟਾ ਨੂੰ ਡਿਸਕ੍ਰਾਈਬ ਕਰਦਾ ਹੈ। ਇਹ ਸਿਰਫ ਇਹ ਦੱਸਦਾ ਹੈ ਕਿ ਡੇਟਾ ਇਸ ਤਰੀਕੇ ਦਾ ਹੈ, ਕਿ ਤੁਹਾਡੀ ਇਹ ਐਪਲੀਕੇਸ਼ਨ ਹੈ, ਤੁਹਾਡਾ ਇਹ ਸੌਫਟਵੇਅਰ ਹੈ, ਇਹਦੇ ਵਿੱਚ ਡੇਟਾ ਇਸ ਤਰੀਕੇ ਦਾ ਹੈ, ਇਸ ਟਾਈਪ ਦਾ ਹੈ, ਡੇਟਾ ਨੂੰ ਡਿਸਕ੍ਰਾਈਬ ਕਰਦਾ ਹੈ। ਇਟ ਇਜ਼ ਨਾਟ ਟਾਈਡ ਟੂ ਐਨੀ ਪ੍ਰੋਗਰਾਮਿੰਗ ਲੈਂਗੁਏਜ, ਆਪਰੇਟਿੰਗ ਸਿਸਟਮ ਔਰ ਟਰਾਂਸਪੋਰਟ ਪ੍ਰੋਟੋਕੋਲ। ਸੋ ਇਹਨਾਂ ਤੇ ਡਿਪੈਂਡ ਨਹੀਂ ਕਰਦਾ, ਇਹਨਾਂ ਤੋਂ ਇੰਡੀਪੈਂਡੈਂਟ ਹੈ। XML's focus is on data, means that a variety of transport technologies may be used to move XML across the web. ਵੈਬ ਦੇ ਉੱਪਰ, ਇੰਟਰਨੈਟ ਦੇ ਉੱਪਰ ਜਦੋਂ ਡੇਟਾ ਨੂੰ ਮੂਵ ਕਰਾਉਣਾ ਹੈ, ਕੁਝ ਟਰਾਂਸਪੋਰਟ ਦੇ ਲਈ ਪ੍ਰੋਟੋਕੋਲਸ ਯੂਜ਼ ਹੁੰਦੇ ਆ। ਜਿੱਦਾਂ ਫੋਰ ਐਗਜ਼ਾਮਪਲ ਇਹ ਦੋ ਸਰਵਰਸ ਹੈ ਸਾਡੇ ਕੋਲ, ਦੋ ਸਰਵਰਸ ਦੇ ਵਿੱਚ ਡੇਟਾ ਕਮਿਊਨੀਕੇਟ ਕਰ ਰਿਹਾ ਵਿਦ ਦੀ ਹੈਲਪ ਆਫ XML ਡਾਕੂਮੈਂਟ। XML ਡਾਕੂਮੈਂਟ ਦੀ ਹੈਲਪ ਦੇ ਨਾਲ ਡੇਟਾ ਕਮਿਊਨੀਕੇਟ ਹੋ ਰਿਹਾ ਦੋ ਸਰਵਰਸ ਦੇ ਵਿੱਚ, ਠੀਕ ਹੈ। ਡੇਟਾ ਨੂੰ ਕਮਿਊਨੀਕੇਟ ਕਰਵਾਉਣ ਦੇ ਲਈ, ਡੇਟਾ ਨੂੰ ਕੈਰੀ ਕਰਨ ਦੇ ਲਈ XML ਡਾਕੂਮੈਂਟ ਹੈ। ਬਟ ਪ੍ਰੋਟੋਕੋਲ ਕਿਹੜਾ ਯੂਜ਼ ਹੋ ਰਿਹਾ? HTTP भी यूज़ हो सकता है, FTP भी, SMTP भी. So this is the main thing, that hypertext transfer protocol can be used, file transfer protocol can be used, simple mail transfer protocol can be used. So XML document ये protocols ਤੇ depend नहीं करता, किसी भी protocol ਦੇ ਨਾਲੋਂ work कर ਲੈਂਦਾ, किसी भी programming language ਦੇ ਨਾਲੋਂ work कर ਲੈਂਦਾ। So there is a no issue, there is a no problem. That is why XML is very important standard in internet, in transporting the data. So data is free to move over the web, not dependent on programming language or the transport protocol. So data web ਦੇ ਉੱਪਰ, internet ਦੇ ਉੱਪਰ freely move ਕਰ ਸਕਦਾ ਹੈ, ਕਿਸੇ ਵੀ protocol ਦੇ ਉੱਪਰ ਉਹ depend ਨਹੀਂ ਕਰ ਰਿਹਾ, ਕਿਸੇ ਵੀ programming language ਦੇ ਉੱਪਰ ਉਹ depend ਨਹੀਂ ਕਰ ਰਿਹਾ। So XML basically 1990s ਦੇ ਵਿੱਚ ਹੀ ਬਣਨਾ ਸਟਾਰਟ ਹੋ ਗਿਆ ਸੀ। ਸੋ HTML ਤੋਂ ਇਹ ਡਿਫਰੈਂਟ ਹੈ। ਆਈ ਹੈਵ ਆਲਰੇਡੀ ਟੋਲਡ ਯੂ ਦ HTML ਦੇ ਵਿੱਚ ਕੀ ਹੈਗਾ ਕਿ ਟੈਗਸ ਜਿਹੜੇ ਆ ਪ੍ਰੀ ਡਿਫਾਈਨਡ ਹੈ, ਜਿਹੜੇ ਟੈਗਸ ਪਹਿਲਾਂ ਤੋਂ ਡਿਫਾਈਨ ਕੀਤੇ ਗਏ ਆ ਉਹੀ ਟੈਗਸ ਯੂਜ਼ ਕਰ ਸਕਦੇ ਆ। ਪੈਰਾਗ੍ਰਾਫ ਦੇ ਲਈ P ਟੈਗ ਬਣਿਆ, P ਟੈਗ ਹੀ ਯੂਜ਼ ਕਰਨਾ ਪਏਗਾ। ਬਾਡੀ ਦੇ ਲਈ ਬਾਡੀ ਟੈਗ ਹੀ ਯੂਜ਼ ਕਰਨਾ ਹੈ। ਬ੍ਰੇਕ ਦੇਣੀ ਹੈ ਲਾਈਨ ਨੂੰ, ਬ੍ਰੇਕ ਟੈਗ ਹੀ ਯੂਜ਼ ਕਰਨਾ ਹੈ। ਬਟ XML ਦੇ ਵਿੱਚ ਅਸੀਂ ਅਕੋਰਡਿੰਗ ਟੂ ਦ ਐਪਲੀਕੇਸ਼ਨ, ਅਕੋਰਡਿੰਗ ਟੂ ਦ ਰਿਕੁਆਇਰਮੈਂਟ ਸੈਲਫ ਡਿਸਕ੍ਰਿਪਟਿਵ ਟੈਗਸ ਜਿਹੜੇ ਆ ਉਹ ਬਣਾ ਸਕਦੇ ਹਾਂ। ਸੋ ਇਹ HTML ਦੀ ਸਿੰਪਲੀਫਾਈਡ ਫਾਰਮ ਹੈ, ਉਹਦਾ ਹੀ ਇੱਕ ਸਬਸੈਟ ਹੈ। ਐਂਡ ਇੱਕ ਇੰਪੋਰਟੈਂਟ ਚੀਜ਼ ਹੈ ਕਿ XML ਯੂਜ਼ਸ DTD। DTD ਕੀ ਹੈ? ਡਾਕੂਮੈਂਟ ਟਾਈਪ ਡੈਫੀਨੇਸ਼ਨ। ਸੋ ਆਪਣੇ XML ਡਾਕੂਮੈਂਟ ਜਦੋਂ ਅਸੀਂ ਨੈਕਸਟ ਪ੍ਰੈਜੈਂਟੇਸ਼ਨਸ ਕਰਾਂਗੇ, ਨੈਕਸਟ ਟੌਪਿਕਸ ਸਿਲੇਬਸ 'ਤੇ ਕਰਾਂਗੇ। ਨੈਕਸਟ ਟੌਪਿਕ ਹੈ ਕਿ XML ਡਾਕੂਮੈਂਟ ਕਿੱਦਾਂ ਕ੍ਰੀਏਟ ਕੀਤਾ ਜਾਂਦਾ ਹੈ। ਸੋ ਇੱਥੇ ਇਹੀ ਸਮਝਣਾ ਜ਼ਰੂਰੀ ਹੈ ਕਿ XML ਜਿਹੜਾ ਹੈ DTD ਯੂਜ਼ ਕਰਦਾ ਹੈ, ਡਾਕੂਮੈਂਟ ਟਾਈਪ ਡੈਫੀਨੇਸ਼ਨ ਯੂਜ਼ ਕਰਦਾ ਹੈ। ਡਾਕੂਮੈਂਟ ਨੂੰ ਡਿਜ਼ਾਈਨ ਕਰਨ ਦੇ ਲਈ ਉਹਦੇ ਡਾਕੂਮੈਂਟ ਦਾ ਜਿਹੜਾ ਵੀ ਸਿੰਟੈਕਸ ਹੈ ਜਾਂ ਟੈਗਸ ਨੂੰ ਡਿਫਾਈਨ ਕਰਨ ਦੇ ਲਈ ਉਹ ਕਿਹੜਾ ਕ੍ਰਾਈਟੇਰੀਆ ਯੂਜ਼ ਕਰ ਰਿਹਾ XML? ਡਾਕੂਮੈਂਟ ਟਾਈਪ ਡੈਫੀਨੇਸ਼ਨ। HTML ਵੀ ਡਾਕੂਮੈਂਟ ਟਾਈਪ ਡੈਫੀਨੇਸ਼ਨ ਯੂਜ਼ ਕਰਦਾ ਹੈ, XML ਵੀ ਡਾਕੂਮੈਂਟ ਟਾਈਪ ਡੈਫੀਨੇਸ਼ਨ ਯੂਜ਼ ਕਰਦਾ ਹੈ ਆਪਣੇ ਡਾਕੂਮੈਂਟਸ ਨੂੰ ਡਿਫਾਈਨ ਕਰਨ ਦੇ ਲਈ। Document type definition ਹੁੰਦਾ ਕੀ ਹੈ? We will be discussing this in our next presentation. Next is characteristics ਕੀ ਹੈ XML ਦੀਆਂ? XML ਦੀਆਂ ਤਿੰਨ ਬਹੁਤ important characteristics ਹੈ। First is XML is extensible. So extensible means it can be extended. You can create your own tags according to the requirement of your application. ਅਸੀਂ ਆਪਣੇ tags create ਕਰ ਸਕਦੇ ਹਾਂ। Second, XML carries the data, does not present it. XML डेटा ਨੂੰ कैरी करता है, डेटा ਨੂੰ present नहीं करता। डेटा ਨੂੰ present कौन करेगा? HTML करता है। कैरी कौन करता है? XML. Last is XML is a public standard. So XML W3C ਵੱਲੋਂ develop ਕੀਤਾ ਗਿਆ ਸੀ। ਉਸ ਤੋਂ ਬਾਅਦ it is a open standard, it is a public standard. It can be used by any person for any type of application, any type of requirement. So ये characteristics है, 3 characteristics. XML is extensible, XML carries the data, and XML is a public standard.
सो ये सारिया चीज़ां असीं इस प्रेजेंटेशन च कवर कीतियां। इस प्रेजेंटेशन दे विच बेसिकली वी कवर्ड कि XML है कि बेसिकली एक्सटेंसिबल मार्कअप लैंग्वेज है। मार्कअप लैंग्वेज की करती है, एक डॉकूमेंट की जिहड़ी इनफॉर्मेशन प्रोवाइड करती है, टैग्स की फॉर्म दे विच डॉकूमेंट की इनफॉर्मेशन दसदी है, डेटा नू कैरी करन दे लई, डेटा नू स्टोर करन दे लई, डेटा नू ट्रांसपोर्ट करन दे लई एक एप्लीकेशन तो दूसरी एप्लीकेशन दे विच ओवर द इंटरनेट XML नू यूज़ किया जाता है। HTML ते XML दे विच डिफरेंस है कि XML दे विच प्री डिफाइंड टैग्स नहीं होंदे, तुसी अकॉर्डिंग टू द रिक्वायरमेंट टैग्स क्रिएट कर सकते हो। HTML दे विच दिस फैसिलिटी इज़ नॉट अवेलेबल। दैन असी कीता इहदी हिस्टरी एंड ओरिजिन 1996 दे विच XML जिहड़ा है ओरिजिनेट होया W3C वालों। दैन करैक्टरिस्टिक्स कीते, XML एक्सटेंसिबल है, ये डेटा नू कैरी करता है एंड इट इज़ अ पब्लिक स्टैंडर्ड। So, इहदे हुण next part we'll be discussing in the next presentation.